ਹੈਲੋ ਸਟੂਡੈਂਟਸ, ਅੱਜ ਅਸੀਂ ਗੱਲ ਕਰਾਂਗੇ ਇੰਡੀਅਨ ਐਵੀਡੈਂਸ ਐਕਟ 1872 ਦੇ ਚੈਪਟਰ ਨੰਬਰ 9 ਦੀ। ਇਸ ਚੈਪਟਰ ਦੇ ਵਿੱਚ ਅਸੀਂ ਪੜਾਂਗੇ ਇਨ ਰਿਲੇਸ਼ਨ ਟੂ ਵਿਟਨੈਸਸ ਕਿ ਕਿਹੜੇ-ਕਿਹੜੇ ਵਿਅਕਤੀ ਨੇ ਜੋ ਕਿ ਕੋਰਟ ਦੇ ਵਿੱਚ ਗਵਾਹੀ ਦੇ ਸਕਦੇ ਨੇ ਤੇ ਕਿਹੜੇ-ਕਿਹੜੇ ਵਿਅਕਤੀ ਕੋਰਟ ਦੇ ਵਿੱਚ ਗਵਾਹੀ ਨਹੀਂ ਦੇ ਸਕਦੇ। ਚੈਪਟਰ ਨੰਬਰ 9 ਦੀ ਅਸੀਂ ਸ਼ੁਰੂਆਤ ਕਰਾਂਗੇ ਸੈਕਸ਼ਨ ਨੰਬਰ 118 ਤੋਂ, ਜੋ ਕਿ ਦੱਸਦਾ ਹੈ ਕਿ ਕਿਹੜੇ-ਕਿਹੜੇ ਵਿਅਕਤੀ ਕੋਰਟ ਦੇ ਵਿੱਚ ਗਵਾਹੀ ਦੇ ਸਕਦੇ ਨੇ। तो ਸੈਕਸ਼ਨ 118 ਦੀ ਸਟਾਰਟਿੰਗ ਦੇ ਵਿੱਚ ਹੀ ਲਿਖਿਆ ਹੈ ਕਿ ਹਰ ਤਰ੍ਹਾਂ ਦਾ ਵਿਅਕਤੀ ਕੋਰਟ ਦੇ ਵਿੱਚ ਗਵਾਹੀ ਦੇਣ ਦੇ ਲਈ ਕੰਪੀਟੈਂਟ ਹੈਗਾ ਹੈ। ਪਰ ਅਗਰ ਕੋਰਟ ਕੰਸੀਡਰ ਕਰਦੀ ਹੈ ਕਿ ਕੋਈ ਵਿਅਕਤੀ ਕੋਰਟ ਦੇ ਵਿੱਚ ਪੁੱਛੇ ਜਾਣ ਵਾਲੇ ਕੁਐਸਚਨਸ ਨੂੰ ਕਿਸੇ ਕਾਰਨਾਂ ਦੇ ਕਰਕੇ ਸਮਝ ਨਹੀਂ ਸਕਦਾ ਤੇ ਜਾਂ ਉਹਨਾਂ ਦੇ ਅਗਰ ਉਹ ਰੈਸ਼ਨਲ ਆਨਸਰ ਨਹੀਂ ਦੇ ਪਾਊਗਾ ਤਾਂ ਉਸ ਟਾਈਮ ਦੇ ਉੱਤੇ ਕੋਰਟ ਉਹਨਾਂ ਵਿਅਕਤੀਆਂ ਨੂੰ ਇਨਕੰਪੀਟੈਂਟ ਡਿਕਲੇਅਰ ਕਰ ਸਕਦੀ ਆ ਟੂ ਟੈਸਟੀਫਾਈ ਬਿਫੋਰ ਦੀ ਕੋਰਟ ਆਫ ਲਾਅ। ਇਹ ਜੋ ਇਨਕੰਪੀਟੈਂਸੀ ਹੈਗੀ ਆ, ਇਹ ਉਹਨਾਂ ਵਿਅਕਤੀਆਂ ਦੀ ਟੈਂਡਰ ਏਜ ਦੇ ਕਰਕੇ, ਮਤਲਬ ਘੱਟ ਏਜ ਦੇ ਕਰਕੇ, ਜਾਂ ਬਹੁਤ ਜ਼ਿਆਦਾ ਉਮਰ ਦੇ ਕਰਕੇ, ਜਾਂ ਕਿਸੇ ਬਿਮਾਰੀ ਦੇ ਕਰਕੇ, ਜੋ ਬਿਮਾਰੀ ਸਰੀਰਕ ਬਿਮਾਰੀ ਵੀ ਹੋ ਸਕਦੀ ਆ ਤੇ ਮਾਨਸਿਕ ਬਿਮਾਰੀ ਵੀ ਹੋ ਸਕਦੀ ਆ, ਤੇ ਜਾਂ ਹੋਰ ਇਦਾਂ ਦਾ ਹੀ ਕੋਈ ਕਾਈਂਡ ਦਾ ਕੋਈ ਕੌਜ਼ ਹੋ ਸਕਦਾ ਏ ਜਿਹਦੇ ਨਾਲ ਉਹਨਾਂ ਵਿਅਕਤੀਆਂ ਨੂੰ ਕੁਐਸਚਨਸ ਦੇ ਬਾਰੇ ਸਮਝ ਨਹੀਂ ਲੱਗਦੀ ਪਈ ਜਾਂ ਰੈਸ਼ਨਲ ਆਨਸਰ ਦੇਣ ਦੇ ਲਈ ਅਗਰ ਉਹਨਾਂ ਦੀ ਅਯੋਗਤਾ ਆਣ ਰਹੀ ਆ ਤਾਂ ਉਹਨਾਂ ਵਿਅਕਤੀਆਂ ਨੂੰ ਐਵੀਡੈਂਸ ਦੇਣ ਦੇ ਲਈ ਅਯੋਗ ਡਿਕਲੇਅਰ ਕੀਤਾ ਜਾ ਸਕਦਾ ਹੈ। तो ਸੈਕਸ਼ਨ 118 ਦੀ ਅਗਰ ਆਪਾਂ ਇੱਕ ਵਾਰ ਸਟਾਰਟਿੰਗ ਪੜ੍ਹਦੇ ਹਾਂ ਤਾਂ ਸੈਕਸ਼ਨ 118 ਦੇ ਵਿੱਚ ਕੀ ਲਿਖਿਆ ਹੈ? all persons shall be competent to testify unless the court consider that they are prevented from understanding the questions put to them। ਜਿੰਨੀ ਦੇਰ ਤੱਕ ਕੋਰਟ ਨੂੰ ਇਹ ਕੰਸੀਡਰ ਨਹੀਂ ਹੁੰਦਾ ਕਿ ਉਹ ਜੋ ਵਿਅਕਤੀ ਆ they will be prevented from understanding the questions which are put to them, or those persons will be prevented from giving a rational answer to those questions which are put to them, and this incapacity may be due to देयर टेंडर ईयर्स ਦਾ ਮਤਲਬ ਕੀ ਹੈ? ਬਹੁਤ ਘੱਟ ਉਮਰ ਹੈਗੀ ਹੈ, ਜਾਂ ਉਹਨਾਂ ਵਿਅਕਤੀਆਂ ਦੀ ਬਹੁਤ ਹੀ ਜ਼ਿਆਦਾ ਉਮਰ ਹੈਗੀ ਆ, 85-90 ਸਾਲ ਦੇ ਹੈਗੇ ਆ, ਜਿਸ ਦੇ ਕਰਕੇ ਅੱਜ ਦੀ ਡੇਟ ਦੇ ਵਿੱਚ ਉਹਨਾਂ ਦੀ ਸਮਝ ਬਿਲਕੁਲ ਖਤਮ ਹੋ ਚੁੱਕੀ ਹੈ, ਤੇ ਜਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਹੈਗੀ ਹੈ, ਡਿਸੀਜ਼ ਹੈਗਾ ਏ, ਵੈਦਰ ਦਿਸ ਡਿਸੀਜ਼ ਇਸ ਆਫ ਬਾਡੀ ਔਰ ਮਾਈਂਡ ਔਰ ਐਨੀ ਅਦਰ ਕਾਜ਼ ਆਫ ਸੇਮ ਕਾਈਂਡ ਵੀ ਹੋ ਸਕਦਾ ਏ ਉਹਨਾਂ ਦੀ ਇਨਕੰਪੀਟੈਂਸੀ ਦਾ। तो ਸੈਕਸ਼ਨ 118 ਦੀ ਇੱਕ ਐਕਸਪਲੇਨੇਸ਼ਨ ਵੀ ਹੈਗੀ ਆ ਜੋ ਕਿ ਲੂਨੈਸੀ ਦੇ ਰਿਗਾਰਡਿੰਗਲੀ ਗੱਲ ਕਰਦੀ ਹੈ। तो ਐਕਸਪਲੇਨੇਸ਼ਨ ਦੇ ਵਿੱਚ ਇਹ ਲਿਖਿਆ ਹੈ ਕਿ ਇੱਕ ਲੂਨੈਟਿਕ ਪਰਸਨ ਟੈਸਟੀਫਾਈ ਕਰਨ ਦੇ ਲਈ ਇਨਕੰਪੀਟੈਂਟ ਨਹੀਂ ਹੈਗਾ। तो व्हाट इज द मीनिंग ऑफ लूनेटिक पर्सन? लूनेटिक पर्सन एक अजिहा व्यक्ति ਹੁੰਦਾ ਹੈ ਜਿਸ ਨੂੰ ਕਿਸੇ ਤਰ੍ਹਾਂ ਦੀ ਕੋਈ ਮਾਨਸਿਕ ਬਿਮਾਰੀ ਹੈਗੀ ਹੈ। तो ਕਹਿਣ ਦਾ ਮਤਲਬ ਆ ਕਿ ਇੱਕ ਵਿਅਕਤੀ ਨੂੰ ਮਾਨਸਿਕ ਬਿਮਾਰੀ ਹੈਗਾ ਵਾ, it is not itself a ground to declare him incompetent to testify। ਜਿੰਨੀ ਦੇਰ ਤੱਕ ਕੋਰਟ ਇਸ ਗੱਲ ਦੇ ਉੱਤੇ ਸੈਟੀਸਫਾਈ ਨਹੀਂ ਹੁੰਦੀ ਕਿ ਇਸ ਲੂਨੈਸੀ ਦੇ ਕਰਕੇ ਉਹਨੂੰ ਕੁਐਸਚਨਸ ਜੋ ਕਿ ਉਹਨੂੰ ਪੁੱਛੇ ਜਾਊਗੇ ਉਹਨੂੰ ਕੁਐਸਚਨ ਸਮਝ ਨਹੀਂ ਲੱਗੂਗੇ, ਤੇ ਜਾਂ ਉਹਨਾਂ ਕੁਐਸਚਨਸ ਤੇ ਅਗਰ ਉਹ ਰੈਸ਼ਨਲ ਆਨਸਰ ਦੇਣ ਦੇ ਲਈ ਅਯੋਗ ਹੈਗਾ ਏ, ਤੇ ਜਿੰਨੀ ਦੇਰ ਤੱਕ ਕੋਰਟ ਇਸ ਗੱਲ ਦੇ ਉੱਤੇ ਸੈਟੀਸਫਾਈ ਨਹੀਂ ਹੈਗੀ ਉਨੀ ਦੇਰ ਤੱਕ ਉਸ ਲੂਨੈਟਿਕ ਨੂੰ ਕੰਪੀਟੈਂਟ ਹੀ ਮੰਨਿਆ ਜਾਏਗਾ ਟੂ ਟੈਸਟੀਫਾਈ ਬਿਫੋਰ ਦੀ ਕੋਰਟ ਆਫ ਲਾਅ। ਸੋ ਆਈ ਵਾਂਟ ਟੂ ਰਿਪੀਟ ਸੈਕਸ਼ਨ ਨੰਬਰ 118। तो ਸੈਕਸ਼ਨ ਨੰਬਰ 118 ਦੇ ਵਿੱਚ ਕੀ ਲਿਖਿਆ ਹੈ? ਹੂ ਮੇ ਟੈਸਟੀਫਾਈ, ਕੌਣ ਕੋਰਟ ਦੇ ਵਿੱਚ ਗਵਾਹੀ ਦੇ ਸਕਦੇ ਆ। all persons shall be competent to testify unless the court considers that they are prevented from understanding the questions put to them or from giving rational answer to those questions, and this may be due to their tender years, extreme old age, disease, whether of body or mind, or any other cause of the same kind। So explanation ਦੇ ਵਿੱਚ ਕੀ ਦੱਸਿਆ ਹੈ? A lunatic is not incompetent to testify। ਇੱਕ lunatic testify ਕਰਨ ਦੇ ਲਈ incompetent ਨਹੀਂ ਹੈਗਾ, ਗਵਾਹੀ ਦੇਣ ਦੇ ਲਈ incompetent ਨਹੀਂ ਹੈਗਾ, ਜਿੰਨੀ ਦੇਰ ਤੱਕ he is prevented from his lunacy from understanding the questions put to him and giving rational answers to them। So this is something about section number 118। ਹੁਣ ਅਸੀਂ ਗੱਲ ਕਰਦੇ ਹਾਂ section number 119 ਦੇ ਬਾਰੇ।
ਸੈਕਸ਼ਨ ਨੰਬਰ 119 ਦੇ ਵਿੱਚ ਉਹਨਾਂ ਵਿਟਨੈਸਿਸ ਦੇ ਬਾਰੇ ਗੱਲ ਕੀਤੀ ਗਈ ਆ who are unable to communicate verbally, ਜੋ ਕਿ ਬੋਲ ਕੇ ਕਮਿਊਨੀਕੇਟ ਕਰਨ ਦੇ ਲਈ ਅਸਮਰਥ ਹੈਗੇ ਆ। ਡੈਟ ਮੀਨਸ ਟੂ ਸੇ ਜਿਹੜੇ ਡੰਬ ਵਿਟਨੈਸ ਹੁੰਦੇ ਆ ਉਹਨਾਂ ਦੇ ਬਾਰੇ ਦੱਸੀ ਗਈ ਆ, ਜਿਹੜੇ ਗੁੰਗੇ ਵਿਅਕਤੀ ਹੁੰਦੇ ਆ ਉਹਨਾਂ ਦੇ ਬਾਰੇ ਗੱਲ ਕੀਤੀ ਹੋਈ ਆ। ਅਗਰ ਮੰਨ ਲਓ ਕੋਈ ਇਸ ਤਰੀਕੇ ਦਾ ਵਿਟਨੈਸ ਕੋਰਟ ਆਫ ਲਾਅ ਦੇ ਵਿੱਚ ਆ ਜਾਂਦਾ ਹੈ ਜੋ ਆਪਣੀ ਐਵੀਡੈਂਸ ਦੇਣਾ ਤਾਂ ਚਾਹੁੰਦਾ ਹੈ ਪਰ ਬੋਲ ਨਹੀਂ ਸਕਦਾ, ਤੋ ਪਰ ਉਹਦੇ ਕੋਲ ਕੋਈ ਹੋਰ ਤਰੀਕਾ ਹੈਗਾ ਏ ਜਿਹਦੇ ਨਾਲ ਉਹ ਆਪਣੀ ਗੱਲ ਕੋਰਟ ਨੂੰ ਸਮਝਾ ਸਕਦਾ ਏ। ਕਹਿਣ ਦਾ ਮਤਲਬ ਉਹ ਲਿਖ ਕੇ ਜਾਂ ਇਸ਼ਾਰਿਆਂ ਦੇ ਨਾਲ ਅਗਰ ਕੋਰਟ ਨੂੰ ਸਮਝਾ ਸਕਦਾ ਏ ਤਾਂ ਉਹਦੀ ਲਿਖਾਈ ਕੋਰਟ ਦੇ ਵਿੱਚ ਲਿੱਤੀ ਜਾਏਗੀ, ਉਹਦੇ ਸਾਈਨਸ ਓਪਨ ਕੋਰਟ ਦੇ ਵਿੱਚ ਲਿੱਤੇ ਜਾਣਗੇ। ਤੋ ਇਸ ਤਰੀਕੇ ਦੇ ਨਾਲ ਜੋ ਐਵੀਡੈਂਸ ਉਸ ਵਿਅਕਤੀ ਦੀ ਦਿੱਤੀ ਜਾਏਗੀ ਕੋਰਟ ਆਫ ਲਾਅ ਦੇ ਵਿੱਚ, ਉਸ ਐਵੀਡੈਂਸ ਨੂੰ ਔਰਲ ਐਵੀਡੈਂਸ ਦਾ ਦਰਜਾ ਦਿੱਤਾ ਜਾਣਾ ਹੈ। ਇੱਕ ਗੱਲ ਹੋਰ ਬੜੀ ਇੰਪੋਰਟੈਂਟ ਆ ਕਿ ਅਗਰ ਇੱਕ ਵਿਅਕਤੀ ਵਰਬਲੀ ਕਮਿਊਨੀਕੇਸ਼ਨ ਕਰਨ ਦੇ ਲਈ ਅਨਏਬਲ ਹੈਗਾ ਏ ਤਾਂ ਕੋਰਟ ਉਸ ਟਾਈਮ ਦੇ ਉੱਤੇ ਇੱਕ ਇੰਟਰਪ੍ਰੇਟਰ ਦੀ ਮਦਦ ਜਾਂ ਸਪੈਸ਼ਲ ਐਜੂਕੇਟਰ ਦੀ ਮਦਦ ਲੈ ਸਕਦੀ ਆ ਇਨ ਰਿਕਾਰਡਿੰਗ ਦਾ ਸਟੇਟਮੈਂਟ ਆਫ ਦਿਸ ਟਾਈਪ ਆਫ ਪਰਸਨ। ਤੇ ਇਸ ਤਰ੍ਹਾਂ ਦੀ ਸਟੇਟਮੈਂਟ ਨੂੰ ਵੀਡੀਓਗ੍ਰਾਫ ਵੀ ਕਰਨਾ ਜ਼ਰੂਰੀ ਹੈ। ਸੋ ਆਈ ਵਾਂਟ ਟੂ ਰੀਡ ਸੈਕਸ਼ਨ ਨੰਬਰ 119। तो सेक्शन नंबर 119 is substituted in Indian Evidence Act in the year 2013। 2013 ਦੇ ਵਿੱਚ ਇਸ ਸੈਕਸ਼ਨ ਨੰਬਰ 119 ਨੂੰ ਸਬਸਟੀਟਿਊਟ ਕੀਤਾ ਗਿਆ ਸੀ ਇੰਡੀਅਨ ਐਵੀਡੈਂਸ ਐਕਟ 1872 ਦੇ ਵਿੱਚ। ਤੋਂ ਪਹਿਲੇ ਨੰਬਰ ਦੇ ਉੱਤੇ ਸੈਕਸ਼ਨ 119 ਨੂੰ 2013 ਤੋਂ ਪਹਿਲਾਂ ਇੱਕ ਡੰਬ ਵਿਟਨੈਸ ਦੇ ਤੌਰ ਦੇ ਉੱਤੇ ਲਿਖਿਆ ਜਾਂਦਾ ਸੀ। ਆਓ ਜੀ 119 ਨੂੰ ਇੱਕ ਵਾਰ ਮੈਂ ਪੜ੍ਹ ਦਿੰਦਾ ਦੁਬਾਰਾ। ਵਿਟਨੈਸ ਅਨਏਬਲ ਟੂ ਕਮਿਊਨੀਕੇਟ ਵਰਬਲੀ, ਇਹ ਵਿਟਨੈਸ who is unable to speak, ਜੋ ਕਿ ਬੋਲਣ ਦੇ ਲਈ ਅਸਮਰਥ ਹੈਗਾ ਵਾ, may give his evidence in any other manner, ਉਹ ਆਪਣੀ ਐਵੀਡੈਂਸ ਕਿਸੇ ਹੋਰ ਤਰੀਕੇ ਨਾਲ ਵੀ ਦੇ ਸਕਦਾ ਵਾ, in which he can make it intelligible, ਜਿਹਦੇ ਨਾਲ ਉਹ ਆਪਣੀ ਗਵਾਹੀ ਕੋਰਟ ਨੂੰ ਸਮਝਾ ਸਕੇ। ਐਜ਼ ਬਾਈ ਰਾਈਟਿੰਗ ਵੀ ਦੇ ਸਕਦਾ ਹੈ ਔਰ ਬਾਈ ਸਾਇੰਸ ਵੀ ਦੇ ਸਕਦਾ ਹੈ, ਬਟ ਇਟ ਇਜ਼ ਆਲਸੋ ਵੈਰੀ ਇੰਪੋਰਟੈਂਟ ਕਿ ਉਹ ਰਾਈਟਿੰਗ ਦੇ ਸਾਈਨ ਓਪਨ ਕੋਰਟ ਦੇ ਵਿੱਚ ਦਿੱਤੇ ਜਾਣੇ ਜ਼ਰੂਰੀ ਹੈ। ਬਟ ਸਚ ਰਾਈਟਿੰਗ ਮਸਟ ਬੀ ਰਿਟਨ ਐਂਡ ਦ ਸਾਇੰਸ ਮਸਟ ਬੀ ਮੇਡ ਇਨ ਦੀ ਓਪਨ ਕੋਰਟ। तो इस तरीके नाल जो एविडेंस दी जाएगी उसनू ओरल एविडेंस का मान दिता जाएगा। एविडेंस सो गिवन शैल बी डीम्ड टू बी दी ओरल एविडेंस। पर एक गल बड़ी इंपॉर्टेंट है जो प्रोविजो दे विच लिखी है, प्रोवाइडेड दैट इफ द विटनेस इज अनएबल टू कम्युनिकेट वर्बली, अगर एक गवाह वर्बली कम्युनिकेट करने दे लई अनएबल हैगा ये अयोग हैगा ये, then the court shall take, it is very important, कोर्ट दी मैंडेटरी ड्यूटी है उस टाइम दी उत्ते किसी इंटरप्रेटर दी या स्पैशल एजुकेटर दी मदद कोर्ट लवे इन रिकॉर्डिंग द स्टेटमेंट। ते इस तरीके दी जो स्टेटमेंट होगी वो वीडियोग्राफ भी होगी। सो दिस इज समथिंग अबाउट सैक्शन नंबर 119। हुण असीं गल करदे हां सैक्शन नंबर 120 दे बारे। हुण सैक्शन नंबर 120 दे विच की दस्सिया है कि जो पार्टीज टू दी सिविल सूट ने, पार्टीज टू दी सिविल सूट कौन हुंदे ने? पार्टीज टू दी सिविल सूट दे विच प्लेंटिफ ते डिफेंडेंट, मान लो फॉर एग्जांपल ए ने बी के खिलाफ कोई सिविल सूट फाइल कर दिता तो उस केस दे विच ए कौन होएगा? प्लेंटिफ होएगा ते बी कौन होएगा? डिफेंडेंट होएगा। तो इस केस दे विच ए ते बी दोने कंपीटेंट विटनेस ने एक दूजे के खिलाफ, ते ए ते बी दे अगर फॉर एग्जांपल अगर कोई हसबैंड या वाइफ होंदे ने, दे आर आल्सो कंपीटेंट विटनेस टू डिपोज बिफोर द कोर्ट ऑफ लॉ। हुण उस तो बाद विच असीं गल करदे हां अगर क्रिमिनल ट्रायल दी। मान लो अगर क्रिमिनल ट्रायल किसी व्यक्ति के खिलाफ चलता पाया है तो उस व्यक्ति का जो हसबैंड आ, जो उस व्यक्ति की जो वाइफ हैगी आ, वो उस व्यक्ति के खिलाफ या उस व्यक्ति की फेवर दे विच एविडेंस देने के लिए कंपीटेंट विटनेस मन्ने हुए ने सैक्शन 120 दे विच। आओ जी सैक्शन 120 दे विच की लिखिया एक बार पढ़ते हैं। पार्टीज टू सिविल सूट एंड देयर वाइफ्स और हस्बैंड्स, husband or wife of person under criminal trial, in all civil proceedings the parties to the suit सब तो पहले competent witness हो गए, and husband or wife of any party to the suit, plaintiff या defendant दे जो husband ते wife ने वो भी competent witness declare किए गए ने। ठीक है ना? तो in all civil proceedings the parties to the suit and the husband or wife of any party to the suit shall be competent witnesses। तो जे ਅਸੀਂ ਕ੍ਰਿਮੀਨਲ ਪ੍ਰੋਸੀਡਿੰਗਸ ਦੀ ਗੱਲ ਕਰੀਏ ਤੇ ਜੇ ਅਗਰ ਕਿਸੇ ਵਿਅਕਤੀ ਦੇ ਖਿਲਾਫ ਕੋਈ ਕ੍ਰਿਮੀਨਲ ਪ੍ਰੋਸੀਡਿੰਗਸ ਚੱਲਦੀਆਂ ਪਈਆਂ ਨੇ, ਇਨ ਕ੍ਰਿਮੀਨਲ ਪ੍ਰੋਸੀਡਿੰਗਸ ਅਗੇਂਸਟ ਐਨੀ ਪਰਸਨ the husband or wife of such person respectively shall be a competent witness। So this is something about section 120 of Indian Evidence Act 1872। ਹੁਣ ਅਸੀਂ ਗੱਲ ਕਰਦੇ ਹਾਂ ਸੈਕਸ਼ਨ ਨੰਬਰ 121 ਦੇ ਬਾਰੇ, ਜੋ ਕਿ
ਜੱਜਿਸ ਐਂਡ ਮੈਜਿਸਟ੍ਰੇਟ ਦੇ ਬਾਰੇ ਗੱਲ ਕਰਦਾ ਹੈ ਕਿ ਜੱਜਿਸ ਤੇ ਮੈਜਿਸਟ੍ਰੇਟ ਨੂੰ ਕੰਪੈਲ ਕੀਤਾ ਜਾ ਸਕਦਾ ਹੈ ਟੂ ਗਿਵ ਆਨਸਰ ਟੂ ਐਨੀ ਕੁਐਸਚਨ। ਇਹਦਾ ਕੁਐਸਚਨ ਇੱਕ ਡਿਪਲੋਮੈਟਿਕ ਕੁਐਸਚਨ ਹੈਗਾ ਹੈ। ਮੰਨ ਲਓ ਅਗਰ ਕੋਈ ਵਿਅਕਤੀ ਜੱਜ ਜਾਂ ਮੈਜਿਸਟ੍ਰੇਟ ਦੇ ਤੌਰ ਦੇ ਉੱਤੇ ਕਿਸੇ ਕੋਰਟ ਦੇ ਵਿੱਚ ਕੰਮ ਕਰਦਾ ਹੈ ਤੇ ਉਹਦੇ ਆਪਣੇ ਕੰਡਕਟ ਦੇ ਰਿਗਾਰਡਿੰਗਲੀ ਉਸ ਨੂੰ ਕੋਈ ਕੁਐਸਚਨਸ ਦਾ ਆਨਸਰ ਦੇਣ ਦੇ ਲਈ ਕੰਪੈਲ ਨਹੀਂ ਕੀਤਾ ਜਾ ਸਕਦਾ। ਹਾਂ, ਅਗਰ ਕੋਈ ਉਹਨਾਂ ਦੀ ਸੁਪੀਰੀਅਰ ਕੋਰਟ ਸਪੈਸ਼ਲ ਆਰਡਰ ਇਸ਼ੂ ਕਰਦੀ ਹੈ ਉਸ ਜੱਜ ਜਾਂ ਮੈਜਿਸਟ੍ਰੇਟ ਨੂੰ ਟੂ ਗਿਵ ਆਨਸਰ ਟੂ ਐਨੀ ਪਾਰਟਿਕੂਲਰ ਕੁਐਸਚਨ, ਦੈਨ ਦੇ ਕੈਨ ਬੀ ਕੰਪੈਲਡ। ਤੇ ਪਹਿਲੇ ਨੰਬਰ ਦੇ ਉੱਤੇ ਤਾਂ ਇਹ ਹੋ ਗਿਆ। ਤੇ ਅਗਰ ਮੰਨ ਲਓ ਐਜ਼ ਅ ਜੱਜ ਔਰ ਮੈਜਿਸਟ੍ਰੇਟ ਅਗਰ ਕੋਈ ਕੇਸ ਦੇ ਰਿਗਾਰਡਿੰਗਲੀ ਕੋਈ ਗੱਲ ਉਹਨਾਂ ਦੀ ਨੌਲੇਜ ਦੇ ਵਿੱਚ ਆਈ, ਅਗਰ ਕੋਈ ਕੇਸ ਦੇ ਰਿਗਾਰਡਿੰਗਲੀ ਗੱਲ ਉਹਨਾਂ ਦੀ ਨੌਲੇਜ ਦੇ ਵਿੱਚ ਆਉਂਦੀ ਆ ਤੇ ਉਸ ਦੇ ਕੁਐਸਚਨ ਦਾ ਵੀ ਆਨਸਰ ਦੇਣ ਦੇ ਲਈ ਉਸ ਜੱਜ ਜਾਂ ਮੈਜਿਸਟ੍ਰੇਟ ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ। ਪਰ ਅਗਰ ਮੰਨ ਲਓ ਜਦੋਂ ਉਹ ਵਿਅਕਤੀ ਜੱਜ ਜਾਂ ਮੈਜਿਸਟ੍ਰੇਟ ਦੇ ਤੌਰ ਦੇ ਉੱਤੇ ਆਪਣਾ ਕੰਮ ਕਰ ਰਹੀ ਸੀ, ਉਹਨਾਂ ਦੀ ਪ੍ਰੈਜ਼ੈਂਸ ਦੇ ਵਿੱਚ ਕੋਈ ਇਦਾਂ ਦਾ ਮੈਟਰ ਵਾਪਰਿਆ ਜੋ ਕਿ ਕਿਸੇ ਪਾਰਟਿਕੂਲਰ ਕੇਸ ਦੇ ਨਾਲ ਅਨਰਿਲੇਟਡ ਹੈਗਾ ਸੀ, ਤਾਂ ਫਿਰ ਉਸ ਪਾਰਟਿਕੂਲਰ ਮੈਟਰ ਦੇ ਰਿਗਾਰਡਿੰਗ ਦੀ ਉਹਨਾਂ ਦੇ ਕੋਲ ਕੁਐਸਚਨਸ ਪੁੱਛਿਆ ਜਾ ਸਕਦਾ ਹੈ ਤੇ ਉਹਨਾਂ ਨੂੰ ਆਨਸਰ ਦੇਣ ਦੇ ਲਈ ਕੰਪੈਲ ਵੀ ਕੀਤਾ ਜਾ ਸਕਦਾ ਹੈ। ਸੋ ਦਿਸ ਇਜ਼ ਸਮਥਿੰਗ ਅਬਾਊਟ ਸੈਕਸ਼ਨ ਨੰਬਰ 121। आओ जी सेक्शन 121 में एक बार पढ़ा देना। जजेस एंड मैजिस्ट्रेट, नो जज और मैजिस्ट्रेट shall except upon the special order of some court to which he is subordinate be compelled to answer any question as to his own conduct in the court as such judge or magistrate। तो किसी भी जज या मैजिस्ट्रेट ਨੂੰ ਉਨੀ ਦੇਰ ਤੱਕ ਜਿੰਨੀ ਦੇਰ ਤੱਕ ਉਸ ਜੱਜ ਨੂੰ ਕਿਸੇ ਸੁਪੀਰੀਅਰ ਆਰਡਰ ਦਾ ਸਪੈਸ਼ਲ ਆਰਡਰ ਨਹੀਂ ਆਇਆ, ਉਨੀ ਦੇਰ ਤੱਕ ਉਹਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ to answer any questions as to his own conduct in the court as a judge or magistrate, or he shall not be compelled to answer as to anything which came to his knowledge in court as a judge or magistrate। ਤੇ ਉਸ ਨੂੰ ਉਹਨਾਂ ਚੀਜ਼ਾਂ ਦੇ ਬਾਰੇ ਵੀ ਕੁਐਸਚਨਸ ਦਾ ਆਨਸਰ ਦੇਣ ਦੇ ਲਈ ਕੰਪੈਲ ਨਹੀਂ ਕੀਤਾ ਜਾ ਸਕਦਾ ਜੋ ਚੀਜ਼ਾਂ ਉਹਦੇ ਡਾਇਰੈਕਟ ਨੌਲੇਜ ਦੇ ਵਿੱਚ ਆਈਆਂ ਹੈ ਜਦੋਂ ਉਹ ਵਿਅਕਤੀ ਜੱਜ ਜਾਂ ਮੈਜਿਸਟ੍ਰੇਟ ਦੇ ਤੌਰ ਦੇ ਉੱਤੇ ਕੋਰਟ ਦੇ ਵਿੱਚ ਐਕਟ ਕਰਦਾ ਪਿਆ ਹੈ। ਪਰ ਅਗਰ ਉਹ ਵਿਅਕਤੀ ਦੇ ਨੌਲੇਜ ਦੇ ਵਿੱਚ ਕਿਸੇ ਹੋਰ ਤਰ੍ਹਾਂ ਦਾ ਕੋਈ ਮੈਟਰ ਆਇਆ ਹੈ ਜੋ ਕਿ ਉਸ ਦੇ ਕਿਸੇ ਕੇਸ ਦੇ ਨਾਲ ਅਨਰਿਲੇਟਡ ਹੈਗਾ ਹੈ ਤੇ ਉਹਦੀ ਅਕੁਰੈਂਸ ਦੇ ਰਿਗਾਰਡਿੰਗਲੀ ਉਸ ਨੂੰ ਕੁਐਸਚਨ ਪੁੱਛੇ ਜਾ ਸਕਦੇ ਆ ਐਂਡ ਹੀ ਕੈਨ ਬੀ ਕੰਪੈਲਡ ਟੂ ਗਿਵ ਆਨਸਰ ਟੂ ਦੋਸ ਕੁਐਸਚਨਸ, ਬਟ ਹੀ ਮੇ ਬੀ ਐਗਜ਼ਾਮਿਨਡ ਐਜ਼ ਟੂ ਅਦਰ ਮੈਟਰਸ which occurred in his presence while he was so acting as judge or magistrate। ਆਓ ਜੀ ਸੈਕਸ਼ਨ ਨੰਬਰ 121 ਨੂੰ ਅਸੀਂ ਕੁਝ ਇਲਸਟ੍ਰੇਸ਼ਨਸ ਦੀ ਮਦਦ ਦੇ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। तो पहली इलस्ट्रेशन ਦੇ ਵਿੱਚ ਕੀ ਲਿਖਿਆ ਹੈ, ਇਹ ਦਾ ਕੋਰਟ ਆਫ ਸੈਸ਼ਨ ਵਿੱਚ ਇੱਕ ਟ੍ਰਾਇਲ ਚੱਲਦਾ ਪਿਆ ਸੀ ਜਿਸ ਟ੍ਰਾਇਲ ਦੇ ਵਿੱਚ ਇਹ ਨੇ ਕਿਹਾ ਕਿ ਇੱਕ ਡਿਪੋਜੀਸ਼ਨ ਸੀ ਜੋ ਕਿ ਇੱਕ ਮੈਜਿਸਟ੍ਰੇਟ ਬੀ ਨੇ ਗਲਤ ਤਰੀਕੇ ਨਾਲ ਲਿੱਤੀ। ਹੁਣ ਇਹਦਾ ਮਤਲਬ ਆ ਤੋਂ ਮੈਜਿਸਟ੍ਰੇਟ ਦੇ ਸਾਹਮਣੇ ਡਿਪੋਜੀਸ਼ਨਸ ਹੁੰਦੀਆਂ, ਗਵਾਹੀਆਂ ਹੁੰਦੀਆਂ, तो बी ਨੂੰ ਕੰਪੈਲ ਨਹੀਂ ਕੀਤਾ ਜਾ ਸਕਦਾ ਇਹਨਾਂ ਕੁਐਸਚਨਸ ਦੇ ਆਨਸਰ ਦੇਣ ਦੇ ਲਈ ਕਿ ਉਹ ਡਿਪੋਜੀਸ਼ਨ ਪ੍ਰੋਪਰ ਲਿੱਤੀ ਗਈ ਸੀ ਜਾਂ ਇੰਪ੍ਰੋਪਰ ਲਿੱਤੀ ਗਈ ਸੀ। ਹਾਂ, ਅਗਰ ਕੋਈ ਸਪੈਸ਼ਲ ਆਰਡਰ ਕਿਸੇ ਸੁਪੀਰੀਅਰ ਕੋਰਟ ਦਾ ਹੈਗਾ ਏ ਦੈਨ ਹੀ ਕੈਨ ਬੀ ਕੰਪੈਲਡ ਟੂ ਗਿਵ ਦੀ ਆਨਸਰਸ। तो ਕੀ ਲਿਖਿਆ ਜੀ ਏ ਇਲਸਟ੍ਰੇਸ਼ਨ ਦੇ ਵਿੱਚ, A on his trial before the court of session says that a deposition was improperly taken by B and B is the magistrate। ਹੁਣ ਇਸ ਕੇਸ ਦੇ ਵਿੱਚ B cannot be compelled to answer questions as to this except upon the special order of a superior court। So this is something about A illustration। ਹੁਣ ਗੱਲ ਕਰਦੇ ਹਾਂ B illustration ਦੇ ਬਾਰੇ। ਇਹਦੇ ਤੇ ਤੌਮਤ ਲੱਗ ਗਈ ਆ ਕੋਰਟ ਆਫ ਸੈਸ਼ਨ ਦੇ ਵਿੱਚ ਕਿ ਉਸ ਨੇ B ਕੋਰਟ ਦੇ ਵਿੱਚ ਇੱਕ ਫਾਲਸ ਐਵੀਡੈਂਸ ਦਿੱਤੀ ਆ। ਹੁਣ ਇਹਦੇ ਵਿੱਚ ਜੋ B ਹੈਗਾ ਏ, B ਦੀ ਕਿਸੇ ਕੇਸ ਦੇ ਵਿੱਚ ਇੱਕ ਵਿਅਕਤੀ ਨੇ ਮਤਲਬ A ਨੇ ਇੱਕ ਫਾਲਸ ਐਵੀਡੈਂਸ ਦਿੱਤੀ ਸੀ, ਤਾਂ ਇਸ ਕੇਸ ਦੇ ਵਿੱਚ B ਨੂੰ ਪੁੱਛਿਆ ਨਹੀਂ ਜਾ ਸਕਦਾ ਕਿ A ਨੇ ਕੀ ਬੋਲਿਆ ਸੀ। ਹਾਂ, ਅਗਰ ਸਪੈਸ਼ਲ ਆਰਡਰ ਹੁੰਦਾ ਹੈ ਕਿਸੇ ਸਪੈਸ਼ਲ ਸੁਪੀਰੀਅਰ ਕੋਰਟ ਦਾ then he can be compelled to give the answer। तो B illustration ਕੀ ਹੈਗੀ ਹੈ, A is accused before the court of session of having given false evidence before B a magistrate। B cannot be asked what A said except upon the special order of the superior court। तो आओ जी उस तो बाद C illustration ਦੀ ਗੱਲ ਕਰਦੇ ਹਾਂ। C illustration is very important। ਕਈ ਵਾਰ ਕੀ ਹੈ ਕੋਰਟ ਦੇ ਵਿੱਚ ਕੋਰਟ ਦੀਆਂ ਪ੍ਰੋਸੀਡਿੰਗਸ ਦੇ ਦੌਰਾਨ ਕਈ ਵਿਅਕਤੀ ਗਲਤ ਤਰੀਕੇ ਦਾ ਕੋਈ ਕੰਮ ਕਰ ਪੈਂਦੇ ਆ। ਫੋਰ ਐਗਜ਼ਾਮਪਲ ਇੱਕ ਦੂਜੇ ਨਾਲ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ, ਇੱਕ ਦੂਜੇ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਕਰਨੀ, ਜਾਂ ਕੋਰਟ ਦੀਆਂ ਪ੍ਰੋਸੀਡਿੰਗ ਨੂੰ ਗਲਤ ਤਰੀਕੇ ਨਾਲ ਵੀਡੀਓਗ੍ਰਾਫ ਕਰਨ ਦੀ ਕੋਸ਼ਿਸ਼ ਕਰਨੀ। ਤਾਂ ਉਸ ਟਾਈਮ ਦੇ ਉੱਤੇ these are the matters which are unconnected with the matters of the court। ਤਾਂ ਉਸ ਟਾਈਮ ਦੇ ਉੱਤੇ ਕੀ ਆ ਜੱਜ ਨੂੰ ਕੰਪੈਲ ਕੀਤਾ ਜਾ ਸਕਦਾ, ਜੱਜ ਨੂੰ ਐਗਜ਼ਾਮਿਨ ਕੀਤਾ ਜਾ ਸਕਦਾ
in relation to debt matters। तो 121 ਦੀ ਸੀ ਇਲਸਟ੍ਰੇਸ਼ਨ ਦੇ ਵਿੱਚ ਕੀ ਕਿਹਾ ਹੈ? ਇਸ ਇਲਸਟ੍ਰੇਸ਼ਨ ਦੇ ਵਿੱਚ ਇਹਦੇ ਤੇ ਤੌਮਤ ਲੱਗੀ ਆ ਕੋਰਟ ਆਫ ਸੈਸ਼ਨ ਦੇ ਸਾਹਮਣੇ, is accused before the court of session of attempting to murder a police officer while on his trial before B a session judge। ਕਿ ਇੱਕ ਸੈਸ਼ਨ ਜੱਜ ਦੀ ਕੋਰਟ ਦੇ ਵਿੱਚ ए ने एक पुलिस ऑफिसर ਨੂੰ ਮਾਰਨ ਦੀ ਕੋਸ਼ਿਸ਼ ਕੀਤੀ। तो इस केस ਦੇ ਵਿੱਚ बी ਨੂੰ ਐਗਜ਼ਾਮਿਨ ਕੀਤਾ ਜਾ ਸਕਦਾ ਹੈ ਕਿ ਦੱਸੋ ਸਾਨੂੰ ਕਿ ਉਸ ਦਿਨ ਕੀ ਹੋਇਆ ਸੀ ਤੁਹਾਡੀ ਕੋਰਟ ਦੇ ਵਿੱਚ, ਕਿ ए ਨੇ ਸੱਚਮੁੱਚ ਪੁਲਿਸ ਆਫਿਸਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਜਾਂ ਇਹ ਗੱਲ ਝੂਠ ਹੈਗੀ ਹੈ। तो बी ਨੂੰ ਇਹਦੇ ਵਿੱਚ ਐਗਜ਼ਾਮਿਨ ਕੀਤਾ ਜਾ ਸਕਦਾ ਹੈ ਐਸ ਟੂ ਵਟ ਅਕਰਡ। तो बी ਨੂੰ ਅਗਰ ਐਗਜ਼ਾਮਿਨ ਕੀਤਾ ਜਾਊਗਾ ਤਾਂ ਉਸ ਟਾਈਮ ਦੇ ਉੱਤੇ बी ਦੀ ਐਗਜ਼ਾਮੀਨੇਸ਼ਨ ਚ ਵੀ ਹੋਏਗੀ, बी ਦੀ ਕ੍ਰਾਸ ਐਗਜ਼ਾਮੀਨੇਸ਼ਨ ਵੀ ਹੋ ਸਕਦੀ ਹੈ। So this is something about section number 121 of Indian Evidence Act 1872। ਹੁਣ ਉਸ ਤੋਂ ਬਾਅਦ ਵਿੱਚ ਅਸੀਂ ਗੱਲ ਕਰਦੇ ਹਾਂ ਸੈਕਸ਼ਨ ਨੰਬਰ 122 of Indian Evidence Act 1872। ਅਗਰ ਮੰਨ ਲਓ ਪਤੀ ਪਤਨੀ ਦੀ ਆਪਸ ਦੇ ਵਿੱਚ ਮੈਰਿਜ ਦੇ ਦੌਰਾਨ ਕਿਸੇ ਤਰ੍ਹਾਂ ਦੀਆਂ ਕੋਈ ਕਮਿਊਨੀਕੇਸ਼ਨਸ ਹੁੰਦੀਆਂ ਨੇ, ਕਈ ਵਾਰ ਹੁਣ ਪਤੀ ਪਤਨੀ ਦੇ ਦਰਮਿਆਨ ਲੜਾਈ ਵੀ ਹੋਏਗੀ, ਪਿਆਰ ਵੀ ਹੋਏਗਾ, ਤਾਂ ਇਹਦਾ ਮਤਲਬ ਇਹ ਤਾਂ ਨਹੀਂ ਹੈਗਾ ਕਿ ਜੋ ਆਪਸ ਵਿੱਚ ਕਮਿਊਨੀਕੇਸ਼ਨਸ ਹੁੰਦੀਆਂ ਨੇ ਉਹਨਾਂ ਕਮਿਊਨੀਕੇਸ਼ਨਸ ਨੂੰ ਕੰਪੈਲ ਕੀਤਾ ਜਾਵੇ ਕੋਰਟ ਆਫ ਲਾਅ ਦੇ ਵਿੱਚ ਕਿ ਪਤੀ ਨੇ ਤੁਹਾਨੂੰ ਕੀ ਕਿਹਾ ਜਾਂ ਪਤਨੀ ਨੇ ਤੁਹਾਨੂੰ ਕੀ ਕਿਹਾ। तो क्योंकि इस तरह ਦੀਆਂ ਅਗਰ ਗੱਲਾਂ ਕੋਰਟ ਦੇ ਵਿੱਚ ਕੰਪੈਲ ਕੀਤੀਆਂ ਜਾਂਦੀਆਂ ਵਾ ਤੇ ਜਾਂ ਕਿਸੇ ਪਤੀ ਜਾਂ ਪਤਨੀ ਨੂੰ ਪਰਮਿਟ ਕੀਤਾ ਜਾਂਦਾ ਹੈ ਕੋਰਟ ਆਫ ਲਾਅ ਦੇ ਵਿੱਚ ਆਪਣੀ ਪ੍ਰਾਈਵੇਟ ਕਮਿਊਨੀਕੇਸ਼ਨ ਨੂੰ ਡਿਸਕਲੋਜ਼ ਕਰਨ ਦੇ ਲਈ, then it may happen ਕਿ ਪਤੀ ਪਤਨੀ ਦੇ ਵਿੱਚ in future dispute arise ਹੋ ਜਾਵੇ। तो क्योंकि ਉਹਨਾਂ ਦੇ ਦਰਮਿਆਨ ਡਿਸਪਿਊਟ ਅਰਾਈਜ਼ ਨਹੀਂ ਹੋਣਾ ਚਾਹੀਦਾ, ਇਟ ਇਜ਼ ਅ ਪਾਲਿਸੀ ਆਫ ਦੀ ਲਾਅ। तो ਸੈਕਸ਼ਨ 120 ਦੇ ਵਿੱਚ ਇਹ ਗੱਲ ਕਹੀ ਆ ਕਿ ਕਿਸੇ ਵੀ ਵਿਅਕਤੀ ਨੂੰ ਆਪਸ ਦੇ ਵਿੱਚ ਪਤੀ ਪਤਨੀ ਦੀ ਅਗਰ ਕਮਿਊਨੀਕੇਸ਼ਨ ਹੋਈ ਆ ਉਹਨੂੰ ਡਿਸਕਲੋਜ਼ ਕਰਨ ਦੇ ਲਈ ਪਰਮਿਟ ਨਹੀਂ ਕੀਤਾ ਜਾਏਗਾ, ਨਾ ਹੀ ਕੰਪੈਲ ਕੀਤਾ ਜਾਏਗਾ। ਪਰ ਅਗਰ ਮੰਨ ਲਓ ਪਤੀ ਜਾਂ ਪਤਨੀ ਜਿਸ ਵਿਅਕਤੀ ਨੇ ਕੋਈ ਸਟੇਟਮੈਂਟ ਦਿੱਤੀ ਸੀ, ਅਗਰ ਉਹ ਪਰਮਿਟ ਕਰਦਾ ਹੈ ਆਪਣੇ ਦੂਸਰੇ ਸਪਾਊਸ ਨੂੰ ਕਿ ਤੁਸੀਂ ਕੋਰਟ ਦੇ ਵਿੱਚ ਐਵੀਡੈਂਸ ਦੇ ਸਕਦੇ ਹੋ, then he can be permitted to give the evidence। ਪਰ ਇੱਕ ਗੱਲ ਬੜੀ ਇੰਪੋਰਟੈਂਟ ਆ, ਅਗਰ ਕੋਈ ਸਿਵਲ ਸੂਟ ਮੈਰਿਡ ਪਰਸਨਸ ਦੇ ਦਰਮਿਆਨ ਹੀ ਚੱਲਦਾ ਪਿਆ, ਅਗਰ ਪਤੀ ਪਤਨੀ ਦੇ ਵਿੱਚ ਕੋਈ ਝਗੜਾ ਚੱਲਦਾ ਪਿਆ ਹੈ ਤਾਂ ਉਸ ਝਗੜੇ ਦੇ ਕਰਕੇ ਉਹ ਕੋਰਟ ਆਫ ਲਾਅ ਦੇ ਵਿੱਚ ਆ ਗਏ, ਤਾਂ ਉਹਨਾਂ ਦੇ ਦਰਮਿਆਨ ਜੋ ਪ੍ਰਾਈਵੇਟ ਕਮਿਊਨੀਕੇਸ਼ਨਸ ਹੋਈਆਂ ਨੇ ਉਹ ਇੱਕ ਦੂਜੇ ਦੇ ਖਿਲਾਫ ਕੋਰਟ ਦੇ ਵਿੱਚ ਟੈਂਡਰ ਕਰ ਸਕਦੇ ਨੇ, ਠੀਕ ਹੈ ਨਾ। तो दूसरे नंबर ਦੇ ਉੱਤੇ ਅਗਰ ਇੱਕ ਮੈਰਿਡ ਪਰਸਨ ਦੂਸਰੇ ਮੈਰਿਡ ਪਰਸਨ ਨੂੰ ਕਿਸੇ ਕ੍ਰਿਮੀਨਲ ਕੇਸ ਵਿੱਚ ਪ੍ਰੋਸੀਕਿਊਟ ਕਰਦੇ ਪਏ ਨੇ, ਤਾਂ ਉਸ ਟਾਈਮ ਦੇ ਉੱਤੇ ਵੀ ਜੋ ਉਹਨਾਂ ਦੀਆਂ ਪ੍ਰਾਈਵੇਟ ਕਮਿਊਨੀਕੇਸ਼ਨਸ ਨੇ ਉਹਨਾਂ ਨੂੰ ਕੋਰਟ ਆਫ ਲਾਅ ਦੇ ਵਿੱਚ ਦਿੱਤਾ ਜਾ ਸਕਦਾ ਹੈ। तो सेक्शन 122 एक बार मैं दोबारा पढ़ देना। Communications during marriage, no person who is or has been married shall be compelled to disclose any communication made to him during marriage by any person to whom he is or has been married। It is very important। ਇਹ ਜੋ restriction ਹੈਗੀ ਆ during marriage communications ਦੀ ਆ, ਕਹਿਣ ਦਾ ਮਤਲਬ ਜਿਹੜੀਆਂ ਮੈਰਿਜ ਤੋਂ ਪਹਿਲਾਂ ਕਮਿਊਨੀਕੇਸ਼ਨਸ ਹੁੰਦੀਆਂ ਨੇ ਜਾਂ ਮੈਰਿਜ ਡਿਸੋਲਵ ਹੋਣ ਤੋਂ ਬਾਅਦ ਵੀ ਕਮਿਊਨੀਕੇਸ਼ਨਸ ਹੁੰਦੀਆਂ ਨੇ ਉਹ ਸੈਕਸ਼ਨ 122 ਦੀ ਪ੍ਰਿਵਿਲੇਜ ਦੇ ਵਿੱਚ ਨਹੀਂ ਆਉਣਗੀਆਂ। तो I want to repeat, no person who is or has been married shall be compelled to disclose any communication made to him during marriage by any person to whom he is or has been married, nor shall he be permitted to disclose any such communication unless the person who made it or his representative in interest consent। ਜਿੰਨੀ ਦੇਰ ਤੱਕ ਉਹ ਵਿਅਕਤੀ ਜੋ ਕਿ ਉਹ ਕਮਿਊਨੀਕੇਸ਼ਨ ਕਰਦਾ ਹੀ ਜਾਂ ਉਹਦਾ ਰਿਪਰੈਜ਼ੈਂਟੇਟਿਵ ਇਨ ਇੰਟਰਸਟ ਇਸ ਕਮਿਊਨੀਕੇਸ਼ਨ ਦੇ ਲਈ ਮਨਜ਼ੂਰੀ ਨਹੀਂ ਦਿੰਦਾ, except in suit between married persons or proceeding in which one married person is prosecuted for any crime committed against the other। So this is something about section number 122 of Indian Evidence Act 1872। Thank you very much।